ਸਤਿ ਸ੍ਰੀ ਅਕਾਲ ਜੀ। ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਕਿ ਸਮਾਜਿਕ ਸਿੱਖਿਆ ਕਲਾਸ ਦੇ ਵਿੱਚ 10ਵੀਂ ਸ਼੍ਰੇਣੀ ਦਾ ਪਾਠ ਨੰਬਰ 3 ਹੈ ਜੀ, ਅਰਥਸ਼ਾਸਤਰ ਦਾ ਭਾਰਤ ਵਿੱਚ ਖੇਤੀਬਾੜੀ ਦਾ ਵਿਕਾਸ। ਬੜੇ ਹੀ ਸਿੰਪਲੀਫਿਕੇਸ਼ਨ ਤਰੀਕੇ ਦੇ ਨਾਲ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਬਹੁਤ ਹੀ ਸੁੰਦਰ ਉਪਰਾਲਾ, ਬਹੁਤ ਹੀ ਆਸਾਨ ਭਾਸ਼ਾ ਦੇ ਵਿੱਚ ਤੁਹਾਨੂੰ ਇਹ 3 ਔਰ 4 ਨੰਬਰ ਵਾਲੇ ਜਿਹੜੇ ਪ੍ਰਸ਼ਨ ਤੁਹਾਨੂੰ ਇਸ ਵਾਰ ਪੇਪਰ ਦੇ ਵਿੱਚ ਆਣੇ, ਉਹਨਾਂ ਨੂੰ ਬੜੇ ਹੀ ਆਸਾਨ ਭਾਸ਼ਾ ਦੇ ਵਿੱਚ ਰਿਡਿਊਸ ਸਿਲੇਬਸ ਮੁਤਾਬਕ ਤੁਹਾਡੇ ਤੱਕ ਲੈ ਕੇ ਆਏ ਹਾਂ। ਅਰਥਸ਼ਾਸਤਰ ਔਰ ਨਾਗਰਿਕ ਸ਼ਾਸਤਰ ਦੇ 3 ਲੈਸਨ ਹੈ ਜੀ। ਤਿੰਨਾਂ ਲੈਸਨ ਦੇ ਵਿੱਚ ਤੁਹਾਨੂੰ 32 ਨੰਬਰ ਦਾ ਜਿਹੜਾ ਪੇਪਰ ਆਉਣਾ ਹੈਗਾ ਜੀ। ਤਾਂ ਅਸੀਂ ਇਹ ਦੋਨੋਂ ਲੈਸਨ ਅੱਛੀ ਤਰ੍ਹਾਂ ਕਵਰ ਕਰ ਲੈਣੇ ਤਾਂ ਸਾਡੇ ਇਹ ਨੰਬਰ ਜਿਹੜੇ ਪੱਕੇ ਹੋ ਜਾਂਦੇ ਆ। ਤਾਂ ਇਸ ਦੀ ਰਿਵੀਜ਼ਨ ਬਾਰ-ਬਾਰ ਕਰੋ, ਚੈਨਲ ਤੇ ਬਣੇ ਰਹੋ। ਅੱਜ ਦਾ ਜਿਹੜਾ ਲੈਸਨ ਹੈ ਜੀ, ਭਾਰਤ ਵਿੱਚ ਖੇਤੀਬਾੜੀ ਦਾ ਵਿਕਾਸ। ਭਾਰਤ ਦੇ ਵਿੱਚ ਜਿਹੜਾ ਖੇਤੀਬਾੜੀ ਦਾ ਵਿਕਾਸ ਕਿਸ ਤਰ੍ਹਾਂ ਹੋਇਆ ਔਰ ਉਸ ਦੀ ਕੀ ਪ੍ਰਕਿਰਿਆ ਰਹੀ। ਤਾਂ ਸਭ ਤੋਂ ਪਹਿਲੇ ਪ੍ਰਸ਼ਨ ਦੇ ਵਿੱਚ ਹੈ, ਭਾਰਤ ਦੀ ਅਰਥ ਵਿਵਸਥਾ ਵਿੱਚ ਖੇਤੀ ਦਾ ਮਹੱਤਵ ਬਿਆਨ ਕਰੋ। ਜੋ ਭਾਰਤ ਦੀ ਅਰਥ ਵਿਵਸਥਾ ਉਸ ਦੇ ਵਿੱਚ ਸਾਡੀ ਖੇਤੀਬਾੜੀ ਦਾ ਕੀ ਮਹੱਤਵ ਹੈ, ਖੇਤੀਬਾੜੀ ਦੀ ਕੀ ਦੇਣ ਹੈ ਉਸਨੂੰ। ਤਾਂ ਅਨਾਜ ਪੂਰਤੀ ਦਾ ਸਾਧਨ ਹੈ ਜੀ। ਸਭ ਤੋਂ ਪਹਿਲਾ ਪੁਆਇੰਟ ਹੈ ਜਿਹੜਾ ਖੇਤੀ ਤੋਂ ਹੀ ਭਾਰਤ ਦੇ ਲੋਕਾਂ ਨੂੰ ਭੋਜਨ ਅਤੇ ਪਸ਼ੂਆਂ ਨੂੰ ਚਾਰਾ ਮਿਲਦਾ ਹੈ। ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤ ਦੇ ਵਿੱਚ ਜਿਹੜਾ ਖੇਤੀ ਪ੍ਰਧਾਨ ਦੇਸ਼ ਕਿਹਾ ਜਾਂਦਾ ਹੈ, ਖਾਸ ਕਰ ਪੰਜਾਬ ਵਿੱਚ ਰਹਿੰਦੇ ਹਾਂ ਤਾਂ ਪੰਜਾਬ ਨੂੰ ਭਾਰਤ ਦਾ ਅੰਨ ਭੰਡਾਰ ਕਿਹਾ ਜਾਂਦਾ ਹੈ। ਖੇਤੀ ਤੋਂ ਹੀ ਭਾਰਤ ਦੇ ਲੋਕਾਂ ਨੂੰ ਭੋਜਨ ਅਤੇ ਪਸ਼ੂਆਂ ਨੂੰ, ਕਿਉਂਕਿ ਬਹੁਤ ਸਾਰੇ ਸਹਾਇਕ ਕਿਸਾਨਾਂ ਦੇ ਨਾਲ ਉਹ ਸਹਾਇਕ ਧੰਦੇ ਕਰਦੇ ਜਿਹਨਾਂ ਵਿੱਚ ਡੇਅਰੀ ਫਾਰਮਿੰਗ ਔਰ ਹੋਰ ਵੀ ਪਸ਼ੂਆਂ ਤੋਂ ਬਹੁਤ ਸਾਰੇ ਕੰਮ ਲਏ ਜਾਂਦੇ ਆ। ਤਾਂ ਪਸ਼ੂਆਂ ਨੂੰ ਚਾਰਾ ਮਿਲਦਾ ਹੈ। ਖੇਤੀ ਦੇ ਹੀ ਇਹ ਜਿਹੜਾ ਅਨਾਜ ਪੂਰਤੀ ਦਾ ਇੱਕ ਸਾਧਨ ਹੈ, ਪਸ਼ੂਆਂ ਦੇ ਲਈ ਵੀ ਔਰ ਮਨੁੱਖ ਦੇ ਲਈ ਵੀ ਜਿਹੜਾ ਇਹ ਅਨਾਜ ਪੂਰਤੀ ਦਾ ਇੱਕ ਮਹੱਤਵਪੂਰਨ ਸਾਧਨ ਹੈ। ਰੁਜ਼ਗਾਰ ਦਾ ਮੁੱਖ ਸਰੋਤ ਹੈ ਜੀ। ਭਾਰਤ ਦੀ ਲਗਭਗ 49% ਜਨਸੰਖਿਆ ਜਿਹੜੀ ਖੇਤੀ ਦਾ ਕੰਮ ਕਰਦੀ ਹੈ, ਇਸ ਲਈ ਖੇਤੀ ਸਾਡੇ ਰੁਜ਼ਗਾਰ ਦਾ ਮੁੱਖ ਸਾਧਨ ਹੈ। ਪਿੰਡਾਂ ਦੇ ਵਿੱਚ ਰਹਿਣ ਵਾਲੇ ਲੋਕ, ਪੰਜਾਬ ਵਿੱਚ ਖਾਸ ਕਰਕੇ ਲੋਕ ਆ ਜਿਹੜੇ ਖੇਤੀ ਨੂੰ ਆਪਣਾ ਕਿੱਤਾ ਬਣਾਉਂਦੇ ਆ। ਖੇਤੀ ਦੇ ਨਾਲ ਹੋਰ ਸਹਾਇਕ ਧੰਦੇ ਕਰਕੇ ਉਹਨਾਂ ਨੇ ਆਪਣਾ ਇੱਕ ਰੁਜ਼ਗਾਰ ਦਾ ਜਿਹੜਾ ਇਸ ਨੂੰ ਮੁੱਖ ਸਾਧਨ ਬਣਾਇਆ ਹੈ। ਰੁਜ਼ਗਾਰ ਦਾ ਮੁੱਖ ਸਰੋਤ ਹੈਗਾ ਜੀ ਲਗਭਗ 49 ਯਾਨੀ ਕਿ 49% ਜਨਸੰਖਿਆ ਜਿਹੜੀ ਖੇਤੀ ਦੇ ਕੰਮ ਕਰਦੀ ਹੈ। ਉਦਯੋਗਾਂ ਨੂੰ ਯੋਗਦਾਨ। ਭਾਰਤ ਦੇ ਕਈ ਉਦਯੋਗਾਂ ਨੂੰ ਖੇਤੀ ਤੋਂ ਹੀ ਕੱਚਾ ਮਾਲ ਪ੍ਰਾਪਤ ਹੁੰਦਾ ਹੈ, ਜਿਵੇਂ ਸੂਤੀ ਕੱਪੜਾ, ਖੰਡ, ਘਿਓ ਆਦਿ। ਤਾਂ ਅਸੀਂ ਜਾਣਦੇ ਹਾਂ ਕਿ ਉਦਯੋਗ ਜਿਹੜੇ ਵੱਡੇ ਉਦਯੋਗ ਔਰ ਕਾਰਖਾਨੇ ਲੱਗੇ ਹੋਏ ਆ। ਸਾਡੇ ਆਸ-ਪਾਸ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਕਾਰਖਾਨੇ ਹੋਣਗੇ ਜਿਨ੍ਹਾਂ ਦੇ ਵਿੱਚੋਂ ਫਸਲਾਂ ਕੱਟ ਕੇ ਸਾਡੇ ਖੇਤਾਂ ਦੇ ਵਿੱਚੋਂ ਉਸ ਕਾਰਖਾਨਿਆਂ ਤੱਕ ਜਾਂਦੀਆਂ। ਜਿਵੇਂ ਕਪਾਹ ਦੀ ਗੱਲ ਕਰੀਏ ਜਾਂ ਝੋਨਾ ਜਾਂ ਕੋਈ ਵੀ ਤੁਸੀਂ ਗੱਲ ਕਰੋ, ਗੰਨੇ ਦੀ ਗੱਲ ਕਰੋ, ਤਾਂ ਖੰਡ ਜਿੱਥੇ ਬਣਦੀ ਹੈ ਉੱਥੇ ਫਿਰ ਗੰਨਾ ਜਿਹੜਾ ਖੇਤਾਂ ਤੋਂ ਕੱਟ ਕੇ ਹੀ ਜਾਂਦਾ। ਤਾਂ ਇਸ ਤਰ੍ਹਾਂ ਕਿ ਉਦਯੋਗਾਂ ਨੂੰ ਯੋਗਦਾਨ ਦਿੰਦਾ ਬਹੁਤ ਸਾਰਾ। ਅਗਰ ਕੱਚਾ ਮਾਲ ਹੋਏਗਾ ਫਿਰ ਹੀ ਉਦਯੋਗ ਜਿਹੜੇ ਚੱਲ ਸਕਦੇ ਆ, ਉਹ ਫਿਰ ਹੀ ਸੰਭਵ ਹੈ। ਤਾਂ ਕੱਚੇ ਮਾਲ ਦੀ ਪੂਰਤੀ ਦਾ ਕੰਮ ਹੈ ਜਿਹੜਾ ਉਹ ਕੀ ਕਰਦੀ ਹੈ, ਖੇਤੀ ਕਰਦੀ ਹੈ। ਇਸ ਤਰ੍ਹਾਂ ਖੇਤੀ ਦਾ ਇਸ ਖੇਤਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ। ਰਾਸ਼ਟਰੀ ਆਮਦਨ ਵਿੱਚ ਯੋਗਦਾਨ ਤਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਅਸੀਂ ਦੇਖੀਏ ਤਾਂ ਰਾਸ਼ਟਰੀ ਆਮਦਨ ਦਾ ਲਗਭਗ 17.4% ਜਿਹੜਾ ਭਾਗ ਹੈਗਾ ਖੇਤੀ ਭਾਗ ਤੋਂ ਹੀ, ਖੇਤੀ ਤੋਂ ਹੀ ਪ੍ਰਾਪਤ ਕੀਤਾ ਜਾਂਦਾ ਹੈ। ਠੀਕ ਹੈ ਜੀ, 17.4% ਭਾਗ ਜਿਹੜਾ ਖੇਤੀ ਤੋਂ ਹੀ ਪ੍ਰਾਪਤ ਹੁੰਦਾ ਹੈ। ਵਿਦੇਸ਼ੀ ਵਪਾਰ। ਹੁਣ ਵਿਦੇਸ਼ੀ ਵਪਾਰ ਦੀ ਗੱਲ ਆਈ ਤਾਂ ਭਾਰਤੀ ਖੇਤੀ ਪਦਾਰਥ ਜਿਵੇਂ ਚਾਹ, ਕੌਫੀ, ਮਸਾਲੇ ਆਦਿ ਵਿਦੇਸ਼ਾਂ ਨੂੰ ਵੇਚਦਾ ਹੈ। ਤਾਂ ਵਿਦੇਸ਼ੀ ਵਪਾਰ ਦੇ ਵਿੱਚ ਵੀ ਖੇਤੀ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ। ਇਹ ਵੀ ਸਾਡੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਦੇ ਲਈ ਇੱਕ ਬਹੁਤ ਹੀ ਵੱਡਾ ਕਦਮ ਹੈ ਜੀ। ਬਹੁਤ ਸਾਰੀਆਂ ਜਿਹੜੀਆਂ ਵਸਤਾਂ ਹੈਗੀਆਂ ਸਾਡੇ ਦੇਸ਼ ਦੇ ਵਿੱਚੋਂ ਬਾਹਰ ਦੇਸ਼ਾਂ ਨੂੰ ਭੇਜੀਆਂ ਜਾਂਦੀਆਂ, ਜਿਵੇਂ ਚਾਹ, ਕੌਫੀ, ਮਸਾਲੇ ਆਦਿ। ਤਾਂ ਇਸੇ ਤਰ੍ਹਾਂ ਹੀ ਉਹਨਾਂ ਤੋਂ ਵੀ ਅਸੀਂ ਲੋੜੀ ਦੀਆਂ ਜਿਹੜੀਆਂ ਵਸਤਾਂ ਸਾਡੇ ਦੇਸ਼ ਵਿੱਚ ਆਉਂਦੀਆਂ ਵੀ ਹੈ। ਤਾਂ ਇਸ ਤਰ੍ਹਾਂ ਜਿਹੜਾ ਵਿਦੇਸ਼ੀ ਵਪਾਰ ਦਾ ਜਿਹੜਾ ਮੁੱਖ ਸਾਧਨ ਹੈ ਖੇਤੀਬਾੜੀ। ਯਾਤਾਯਾਤ ਆਵਾਜਾਈ ਦੀ ਗੱਲ ਕਰੀਏ ਤਾਂ ਰੇਲਾਂ, ਮੋਟਰ, ਟਰੱਕ ਖੇਤੀ ਪਦਾਰਥਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਪਹੁੰਚਾ ਕੇ ਆਮਦਨ ਪ੍ਰਾਪਤ ਕਰਦੇ ਹਨ। ਤਾਂ ਉਹਨਾਂ ਦੀ ਆਮਦਨ ਦੇ ਵਿੱਚ ਵੀ ਇੱਕ ਬਹੁਤ ਵਡਮੁੱਲਾ ਇੱਕ ਖੇਤੀ ਦਾ ਸਾਧਨ ਹੈ, ਕਿਉਂਕਿ ਖੇਤੀ ਤੋਂ ਜਿਹੜੇ ਅਸੀਂ ਅਨਾਜ ਉਗਾਉਂਦੇ ਹਾਂ ਜਾਂ ਹੋਰ ਕਈ ਪ੍ਰਕਾਰ ਦੀਆਂ ਫਸਲਾਂ ਜੋ ਹੋਰ ਰਾਜਾਂ ਤੋਂ ਸਾਡੇ ਰਾਜ ਵਿੱਚ ਆਉਂਦੀਆਂ ਜਾਂ ਹੋਰ ਦੇਸ਼ਾਂ ਤੋਂ ਸਾਡੇ ਦੇਸ਼ ਵਿੱਚ ਆਉਂਦੀਆਂ, ਤਾਂ ਉਸ ਤਰ੍ਹਾਂ ਜਿਹੜਾ ਯਾਤਾਯਾਤ ਯਾਨੀ ਕਿ ਆਵਾਜਾਈ ਦਾ ਜਿਹੜਾ ਸਟਰਕਚਰ ਹੈ ਉਸ ਨੂੰ ਵੀ ਕਾਫੀ ਲਾਭ ਹੁੰਦਾ ਹੈ। ਤਾਂ ਇਸ ਤਰ੍ਹਾਂ ਇਹ ਖੇਤੀ ਆਰਥਿਕ ਖੇਤਰ ਦੇ ਵਿੱਚ ਭਾਰਤੀ ਅਰਥ ਵਿਵਸਥਾ ਵਿੱਚ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੀ ਹੈ। ਜਿਹੜਾ ਅਗਲਾ ਪ੍ਰਸ਼ਨ ਹੈ ਜੀ, ਭਾਰਤੀ ਖੇਤੀ ਦੀਆਂ ਮੁੱਖ ਸਮੱਸਿਆਵਾਂ ਦਾ ਵਰਣਨ ਕਰੋ। ਹੁਣ ਜਿਹੜੀਆਂ ਮੁੱਖ ਸਮੱਸਿਆਵਾਂ ਕੀ ਹੈ ਭਾਰਤੀ ਖੇਤੀ ਦੀਆਂ, ਤਾਂ ਮਨੁੱਖੀ ਸਮੱਸਿਆ। ਸਭ ਤੋਂ ਪਹਿਲਾਂ ਮਨੁੱਖੀ ਸਮੱਸਿਆ। ਭਾਰਤ ਦੀ ਖੇਤੀ ਉੱਤੇ ਬਹੁਤ ਜ਼ਿਆਦਾ ਲੋਕ ਨਿਰਭਰ ਕਰਦੇ ਹੁੰਦੇ ਸੀ। ਕਿਸ ਤਰ੍ਹਾਂ ਪੜ੍ਹਿਆ ਕਿ ਲਗਭਗ 49% ਜਿਹੜੀ ਕਿ ਲਗਭਗ ਤੁਸੀਂ ਕਹਿ ਸਕਦੇ ਕਿ 50% ਲੋਕ ਆ ਜਿਹੜੇ ਖੇਤੀ ਉੱਪਰ ਹੀ ਨਿਰਭਰ ਆ। ਤਾਂ ਇਹ ਵੀ ਇੱਕ ਸਮੱਸਿਆ ਹੈ ਕਿ ਲੋਕ ਜ਼ਿਆਦਾਤਰ ਖੇਤੀ ਉੱਪਰ ਹੀ ਨਿਰਭਰ ਹਨ। ਜਨਸੰਖਿਆ ਵਧਣ ਨਾਲ ਜ਼ਮੀਨ ਜ਼ਿਆਦਾ ਲੋਕਾਂ ਵਿੱਚ ਅਤੇ ਛੋਟੇ ਟੁਕੜਿਆਂ ਵਿੱਚ ਵੰਡੀ ਗਈ ਹੈ, ਜਿਸ ਨਾਲ ਛੁਪੀ ਹੋਈ ਬੇਰੁਜ਼ਗਾਰੀ ਵਧੀ ਹੋਈ ਹੈ। ਛੁਪੀ ਹੋਈ ਬੇਰੁਜ਼ਗਾਰੀ ਤੋਂ ਥੋੜ੍ਹਾ ਜਿਹਾ ਕਲੀਅਰ ਕਰਦੀ ਹੈ ਕਿ ਛੁਪੀ ਹੋਈ ਬੇਰੁਜ਼ਗਾਰੀ ਦੇ ਵਿੱਚ ਜਦੋਂ ਕਿਤੇ ਕੰਮ ਕਰਨ ਦੇ ਲਈ ਘੱਟ ਮਜ਼ਦੂਰਾਂ ਦੀ ਲੋੜ ਹੋਵੇ ਪਰ ਉੱਥੇ ਜ਼ਿਆਦਾ ਮਜ਼ਦੂਰ ਕੰਮ ਕਰਦੇ ਹੋਣ, ਤਾਂ ਉੱਥੇ ਕੀ ਹੈ, ਉਸ ਨੂੰ ਅਸੀਂ ਛੁਪੀ ਹੋਈ ਬੇਰੁਜ਼ਗਾਰੀ ਕਹਿੰਦੇ ਹਾਂ। ਫੋਰ ਐਗਜ਼ਾਮਪਲ, ਕਿਸੇ ਪਰਿਵਾਰ ਦੇ ਕੋਲ 1 ਏਕੜ ਜਾਂ 2 ਏਕੜ ਜ਼ਮੀਨ ਹੈ ਤਾਂ ਪਰਿਵਾਰ ਦੇ 8 ਮੈਂਬਰ ਉਸ ਵਿੱਚ ਕੰਮ ਕਰ ਰਹੇ ਹਨ, ਪਰ ਜਿੰਨਾ ਕੰਮ ਉਹ 8 ਮੈਂਬਰ ਕਰ ਰਹੇ ਹਨ ਉਹ 4 ਮੈਂਬਰ ਵੀ ਕਰ ਸਕਦੇ ਹਨ। ਤਾਂ ਜੋ ਫਾਲਤੂ ਦੇ 4 ਮੈਂਬਰ ਉੱਥੇ ਕੰਮ ਕਰ ਰਹੇ ਹੋ ਤਾਂ ਅਸੀਂ ਉਹਨਾਂ ਨੂੰ ਛੁਪੇ ਹੋਏ ਬੇਰੁਜ਼ਗਾਰ ਕਹਾਂਗੇ। ਇਸ ਤਰ੍ਹਾਂ ਜਿਹੜੀ ਜਨਸੰਖਿਆ ਦੇ ਵਧਣ ਦੇ ਨਾਲ ਖੇਤਾਂ ਦਾ ਜਿਹੜਾ ਆਕਾਰ ਤੁਸੀਂ ਦੇਖਦੇ ਹੋਗੇ ਹੌਲੀ ਹੌਲੀ ਘਟ ਰਿਹਾ। ਅੱਗੇ ਭਰਾਵਾਂ ਦੇ ਵਿੱਚ ਜ਼ਮੀਨ ਵੰਡੀ ਜਾ ਰਹੀ ਹੈ। ਅਗਰ ਕਿਸੇ ਕੋਲ 10 ਖੇਤ ਆ ਤਾਂ ਅੱਗੇ 2 ਭਰਾ ਤਾਂ ਉਹਨਾਂ ਦੇ ਵਿੱਚ 5-5 ਖੇਤ ਵੰਡੇ ਜਾਂਦੇ। ਇਸ ਤਰ੍ਹਾਂ ਅੱਗੇ ਉਹਨਾਂ ਦੀ ਔਲਾਦ ਹੋ ਜਾਂਦੀ ਤਾਂ ਉਹਨਾਂ ਦੇ ਵਿੱਚ ਜ਼ਮੀਨ ਵੰਡੀ ਜਾਂਦੀ ਹੈ। ਤਾਂ ਇਸ ਤਰ੍ਹਾਂ ਇਹ ਮੁੱਖ ਸਮੱਸਿਆ ਜਿਹੜੀ ਮਨੁੱਖੀ ਸਮੱਸਿਆ ਹੈਗੀ, ਜਿਸ ਨਾਲ ਜ਼ਿਆਦਾਤਰ ਲੋਕ ਜਿਹੜੇ ਖੇਤੀ ਉੱਪਰ ਨਿਰਭਰ ਆ ਤੇ ਹੌਲੀ ਹੌਲੀ ਜਿਹੜਾ ਜ਼ਮੀਨ ਦਾ ਆਕਾਰ ਘਟ ਰਿਹਾ ਹੈ। ਔਰ ਉਸ ਤੋਂ ਬਾਅਦ ਜਨਸੰਖਿਆ ਦੇ ਵਧਣ ਦੇ ਨਾਲ ਤੁਸੀਂ ਦੇਖਦੇ ਹੋ ਕਿ ਉਸਾਰੀ ਦਾ ਕੰਮ ਵੀ ਵੱਧ ਰਿਹਾ, ਜਿਸ ਨਾਲ ਕਿ ਜ਼ਮੀਨਾਂ ਦਾ ਆਕਾਰ ਉਸ ਨਾਲ ਵੀ ਘਟ ਰਿਹਾ ਹੈ। ਵਾਹੀ ਜੋ ਜ਼ਮੀਨ ਹੈ ਜਿਸ ਉੱਪਰ ਖੇਤੀ ਕੀਤੀ ਜਾਂਦੀ ਹੈ ਉਸ ਦੇ ਉੱਪਰ ਵੀ ਲੋਕ ਬਿਲਡਿੰਗਾਂ ਬਣਾ ਰਹੇ ਆ। ਤੇ ਇਸ ਨਾਲ ਕੀ ਆ, ਇਹ ਮੁੱਖ ਸਮੱਸਿਆ ਹੈ। ਸੰਸਥਾਗਤ ਸਮੱਸਿਆ। ਭਾਰਤ ਵਿੱਚ ਛੋਟੇ ਖੇਤ ਹੋਣ ਦੇ ਕਾਰਨ ਵਿਗਿਆਨਿਕ ਢੰਗ ਨਾਲ ਖੇਤੀ ਕਰਨਾ ਮੁਸ਼ਕਲ ਹੋ ਜਾਂਦਾ ਹੈ ਤੇ ਪੈਸੇ ਦੀ ਫਜ਼ੂਲ ਖਰਚੀ ਹੋ ਜਾਂਦੀ ਹੈ।
ਤਾਂ ਸੰਸਥਾਗਤ ਪਰੰਪਰਾਗਤ ਵੀ ਬੋਲ ਸਕਦੇ ਇਸ ਨੂੰ, ਕਿਉਂਕਿ ਸਾਡੇ ਪੁਰਾਣੇ ਸਮੇਂ ਦੇ ਵਿੱਚ ਉਹੀ ਘੱਟ ਛੋਟੇ ਖੇਤ ਹੋਣ ਦੇ ਕਾਰਨ ਉੱਥੇ ਵਿਗਿਆਨਿਕ ਢੰਗ ਨਾਲ, ਜਿਵੇਂ ਬਾਹਰਲੇ ਦੇਸ਼ਾਂ ਦੇ ਵਿੱਚ ਆਸਟ੍ਰੇਲੀਆ ਅਮਰੀਕਾ ਦੀ ਗੱਲ ਕਰੀਏ ਤਾਂ ਵੱਡੇ ਖੇਤਰਾਂ ਦੇ ਵਿੱਚ ਉੱਥੇ ਜਹਾਜ਼ਰਾਨੀ ਰਾਹੀਂ ਜਾਂ ਵੱਡੀਆਂ ਮਸ਼ੀਨਾਂ ਅਸੀਂ YouTube ਚੈਨਲਾਂ ਵਗੈਰਾ ਤੇ ਦੇਖਦੇ ਹੋਵਾਂਗੇ, ਉਹਨਾਂ ਦੇ ਦੁਆਰਾ ਉੱਥੇ ਖੇਤੀ ਕੀਤੀ ਜਾਂਦੀ, ਜੋ ਕਿ ਸਾਡੇ ਸੰਭਵ ਨਹੀਂ ਹੈ ਕਿਉਂਕਿ ਖੇਤਾਂ ਦਾ ਆਕਾਰ ਬਹੁਤ ਛੋਟਾ ਹੈ ਤਾਂ ਇੰਨੀਆਂ ਭਾਰੀ ਭਰਕਮ ਜ਼ਮੀਨਾਂ ਦੇ ਨਾਲ ਉੱਥੇ ਖੇਤੀ ਨਹੀਂ ਕੀਤੀ ਜਾ ਸਕਦੀ। ਤਕਨੀਕੀ ਸਮੱਸਿਆ, ਸਿੰਚਾਈ ਦੀਆਂ ਘੱਟ ਸਹੂਲਤਾਂ, ਪੁਰਾਣੇ ਔਜ਼ਾਰ, ਤਕਨੀਕ, ਉਨਤ ਬੀਜਾਂ, ਖਾਸ ਸਹੂਲਤਾਂ ਦੇ ਖਾਦ ਦੀ ਵੀ ਘਾਟ ਮੁੱਖ ਜਿਹੜੀ ਤਕਨੀਕੀ ਸਮੱਸਿਆਵਾਂ ਹਨ। ਕੁਝ ਤਕਨੀਕੀ ਸਮੱਸਿਆ ਦੇ ਵਿੱਚ ਗੱਲ ਕਰੀਏ ਤਾਂ ਸਿੰਚਾਈ ਦੀਆਂ ਸਹੂਲਤਾਂ ਘੱਟ ਹੈਗੀਆਂ, ਪੁਰਾਣੇ ਔਜ਼ਾਰ ਉਹੀ ਬਣੇ ਪੁਰਾਣੇ ਔਜ਼ਾਰ ਤੇ ਤਕਨੀਕ, ਜਿਹੜੀ ਨਵੀਂ ਟੈਕਨੋਲੋਜੀ ਜੋ ਅਸੀਂ ਗੱਲ ਕਰ ਰਹੇ ਕਿ ਵੱਡੀ ਮਸ਼ੀਨ ਦੀ ਯੂਜ਼ ਨਹੀਂ ਕਰ ਸਕਦਾ, ਪੁਰਾਣੇ ਤਰੀਕੇ ਹੀ ਅਜੇ ਤੱਕ ਅਪਣਾਏ ਜਾ ਰਹੇ ਆ। ਉਨਤ ਬੀਜਾਂ ਦੀ ਕਮੀ ਹੈਗੀ ਆ, ਖਾਸ ਸਹੂਲਤਾਂ ਕੁਝ ਹੋਰ ਪ੍ਰਕਾਰ ਦੀਆਂ ਆਵਾਜਾਈ ਦੀਆਂ ਜਾਂ ਛੋਟੇ ਕਿਸਾਨਾਂ ਨੂੰ ਕਈ ਪ੍ਰਕਾਰ ਦੀਆਂ ਜਿਹੜੀਆਂ ਸਹੂਲਤਾਂ ਦੀ ਕਮੀ ਰਹਿੰਦੀ ਹੈ, ਜਿਸ ਦੇ ਕਾਰਨ ਕਿ ਤਕਨੀਕੀ ਸਮੱਸਿਆਵਾਂ ਹੋਣ ਦੇ ਕਾਰਨ ਸਾਡੀ ਖੇਤੀ ਪਛੜੀ ਹੋਈ। ਤਾਂ ਇਹ ਜਿਹੜੀਆਂ ਭਾਰਤੀ ਖੇਤੀ ਦੀਆਂ ਅਸੀਂ ਮੁੱਖ ਸਮੱਸਿਆਵਾਂ ਪੜ੍ਹੀਆਂ। ਅਗਲਾ ਪ੍ਰਸ਼ਨ ਹੈ ਜੀ, ਭਾਰਤੀ ਖੇਤੀ ਦੇ ਵਿਕਾਸ ਦੇ ਲਈ ਵਿੱਚ ਸਰਕਾਰ ਦੇ ਯੋਗਦਾਨ ਦਾ ਵਰਣਨ ਕਰੋ। ਹੁਣ ਇਹ ਖੇਤੀ ਦੇ ਵਿਕਾਸ ਦੇ ਲਈ ਸਾਡੀ ਸਰਕਾਰ ਕੀ ਯੋਗਦਾਨ ਕਰ ਰਹੀ ਹੈ ਤਾਂ ਉਸ ਦੇ ਬਾਰੇ ਅਸੀਂ ਪੜਾਂਗੇ। ਸਭ ਤੋਂ ਪਹਿਲਾਂ ਆ ਗਿਆ ਭੂਮੀ ਸੁਧਾਰ। ਆਜ਼ਾਦੀ ਤੋਂ ਬਾਅਦ ਸਰਕਾਰ ਨੇ ਜ਼ਮੀਂਦਾਰੀ ਪ੍ਰਥਾ ਨੂੰ ਖਤਮ ਕੀਤਾ, ਕਾਸ਼ਤਕਾਰੀ ਪ੍ਰਥਾ ਵਿੱਚ ਸੁਧਾਰ ਕੀਤਾ, ਚੱਕਬੰਦੀ ਤੇ ਸਹਿਕਾਰੀ ਖੇਤੀ ਦਾ ਵਿਕਾਸ ਕੀਤਾ। ਇਹ ਜੋ ਪੁਆਇੰਟ ਹੈਗੇ ਆ ਭੂਮੀ ਸੁਧਾਰ ਦੇ ਵਿੱਚ ਕੀਤੇ ਗਏ। ਜ਼ਮੀਂਦਾਰੀ ਪ੍ਰਥਾ ਨੂੰ ਵੱਡੇ ਜ਼ਿਮੀਂਦਾਰਾਂ ਦੇ ਕੋਲ ਜੋ ਜ਼ਮੀਨਾਂ ਜ਼ਬਤ ਹੁੰਦੀਆਂ ਸਨ ਆਪਣੇ ਕੋਲ ਹੀ ਰੱਖਦੇ ਸਨ, ਤਾਂ ਇਸ ਪ੍ਰਥਾ ਨੂੰ ਉਹਨਾਂ ਨੇ ਖਤਮ ਕੀਤਾ। ਕਾਸ਼ਤਕਾਰੀ ਪ੍ਰਥਾ ਵਿੱਚ ਸੁਧਾਰ ਕੀਤਾ ਔਰ ਚੱਕਬੰਦੀ ਅਤੇ ਸਹਿਕਾਰੀ ਖੇਤੀ ਦਾ ਵਿਕਾਸ ਕੀਤਾ। ਚੱਕਬੰਦੀ ਜਾਣੀ ਕਿ ਛੋਟੇ ਟੁਕੜਿਆਂ ਦੇ ਵਿੱਚ ਖੇਤ ਵੰਡੇ ਹੋਏ, ਉਹਨਾਂ ਨੂੰ ਕੋਸ਼ਿਸ਼ ਕੀਤਾ ਕਿ ਇੱਕ ਜਗ੍ਹਾ ਤੇ ਇਕੱਠੇ ਕਰਕੇ ਕਿਸਾਨਾਂ ਨੂੰ ਜਿਹੜਾ ਉਸ ਤਰ੍ਹਾਂ ਦੀ ਉਹ ਸਹਿਕਾਰੀ ਖੇਤੀ ਜਿਸ ਦੇ ਵਿੱਚ ਲੋਕਾਂ ਨੂੰ ਹੋਰ ਜ਼ਿਆਦਾ ਲਾਭ ਪ੍ਰਾਪਤ ਹੋ ਸਕੇ। ਇਹ ਜੋ ਭੂਮੀ ਸੁਧਾਰ ਹੈ। ਸਿੰਚਾਈ ਦੀ ਵਿਵਸਥਾ ਨੂੰ ਮਜ਼ਬੂਤ ਕੀਤਾ ਗਿਆ। ਪੰਜਾਬ ਵਿੱਚ ਲਗਭਗ 95% ਖੇਤੀ ਵਾਲੀ ਜ਼ਮੀਨ ਉੱਤੇ ਸਿੰਚਾਈ ਦੀ ਵਿਵਸਥਾ ਹੈ। ਲਗਭਗ ਤਾਂ ਹੀ ਅਸੀਂ ਕਹਿੰਦੇ ਹਾਂ ਕਿ ਅੰਨ ਬਣਾ ਰਹੇ, ਕਿਉਂਕਿ ਸਾਡੇ ਕੋਲੇ ਸਿੰਚਾਈ ਦੀਆਂ ਜਿਹੜੀਆਂ ਜੋ ਸਹੂਲਤਾਂ ਹਨ ਹੋਰ ਕਿਸੇ ਰਾਜ ਕੋਲੇ ਨਹੀਂ ਹਨ। ਵੰਡ ਪ੍ਰਣਾਲੀ ਵਿੱਚ ਸਥਾਨਕ ਕਿਸਾਨਾਂ ਨੂੰ ਖੇਤੀ ਦਾ ਉਚਿਤ ਮੁੱਲ ਦਿਵਾਉਣ ਲਈ ਸਰਕਾਰ ਨੇ ਕਈ ਸਹਿਕਾਰੀ ਅਤੇ ਸਰਕਾਰੀ ਸੰਸਥਾਵਾਂ ਜਿਹੜੀਆਂ ਕਿ ਤੁਸੀਂ ਦੇਖ ਰਹੇ ਹੋਗੇ ਉਹਨਾਂ ਦੀ ਕੀ ਸਥਾਪਨਾ ਕੀਤੀ ਹੈ, ਜੋ ਸਮੇਂ-ਸਮੇਂ ਤੇ ਲੋਕਾਂ ਨੂੰ ਕਰਜ਼ੇ ਦਿੰਦੀ ਹੈ, ਕਿਸਾਨਾਂ ਨੂੰ ਕਰਜ਼ੇ ਦਿੰਦੀ ਹੈ ਤੇ ਉਹਨਾਂ ਨੂੰ ਖੇਤੀ ਦੇ ਵਿੱਚ ਉਹਨਾਂ ਦੀ ਬਹੁਤ ਜ਼ਿਆਦਾ ਸਹਾਇਤਾ ਹੁੰਦੀ ਹੈ। ਖੋਜ ਤੇ ਵਿਕਾਸ। ਭਾਰਤ ਸਰਕਾਰ ਨੇ ਖੇਤੀ ਦੇ ਵਿਕਾਸ ਲਈ ਕਈ ਸੰਸਥਾਵਾਂ ਖੋਲ੍ਹੀਆਂ ਹਨ। ਇਹ ਕਿਸਾਨਾਂ ਨੂੰ ਖੇਤੀ ਦੇ ਵਿਗਿਆਨਕ ਅਤੇ ਉਨਤ ਢੰਗਾਂ ਬਾਰੇ ਜਾਣਕਾਰੀ ਦਿੰਦੀਆਂ ਹਨ। ਬਹੁਤ ਸਾਰੀਆਂ ਇਸ ਤਰ੍ਹਾਂ ਸੰਸਥਾਵਾਂ ਖੋਲ੍ਹੀਆਂ ਗਈਆਂ ਜਿਹੜੀਆਂ ਕਿਸਾਨਾਂ ਨੂੰ ਗਾਈਡ ਕਰਦੀਆਂ ਸਮੇਂ-ਸਮੇਂ ਤੇ ਉਨਤ ਬੀਜਾਂ ਦੇ ਔਰ ਕਿਸ ਪ੍ਰਕਾਰ ਦੀ ਫਸਲ ਔਰ ਮਿੱਟੀ ਦਾ ਬਕਾਇਦਾ ਪਰੀਖਣ ਕੀਤਾ ਜਾਂਦਾ ਹੈ, ਪਾਣੀ ਦਾ ਪਰੀਖਣ ਕੀਤਾ ਜਾਂਦਾ। ਫਿਰ ਕਿਸਾਨਾਂ ਨੂੰ ਦੱਸਿਆ ਜਾਂਦਾ ਕਿ ਤੁਸੀਂ ਕਿਹੜੀ ਕਿਸਮ ਦੀ ਫਸਲ ਬੀਜੋ ਜਾਂ ਕਿਹੜੀ ਕਿਸਮ ਦੀ ਫਸਲ ਤੁਸੀਂ ਬੀਜੋਗੇ ਜਿਸ ਦੇ ਨਾਲ ਤੁਹਾਨੂੰ ਜ਼ਿਆਦਾ ਲਾਭ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਖੋਲ੍ਹੀਆਂ ਗਈਆਂ ਸਰਕਾਰ ਦੁਆਰਾ। ਖੇਤੀ ਦਾ ਵਿਕਾਸ। ਖੇਤੀ ਭੂਮੀ ਦੇ ਵਿਕਾਸ ਲਈ ਭੂਮੀ ਨੂੰ ਸਮਤਲ ਬਣਾਇਆ ਗਿਆ ਹੈ। ਢਲਾਨ ਗਈ ਅਤੇ ਪੌੜੀਦਾਰ ਖੇਤੀ ਆਦਿ ਦਾ ਵੀ ਪ੍ਰਬੰਧ ਕੀਤਾ ਗਿਆ। ਹੁਣ ਸਮਤਲ ਭੂਮੀ ਤਾਂ ਤੁਸੀਂ ਜਾਣਦੇ ਹੋ ਕਿ ਜਿਸ ਤਰ੍ਹਾਂ ਅਸੀਂ ਪੱਧਰੇ ਮੈਦਾਨ ਦੇ ਪੰਜਾਬ ਦੇ ਵਿੱਚ ਦੇਖਦੇ ਹਾਂ ਕਿ ਸਮਤਲ ਮੈਦਾਨ ਹੈ, ਉਸੇ ਤਰ੍ਹਾਂ ਹੀ ਅਗਰ ਅਸੀਂ ਹਿਮਾਚਲ ਪ੍ਰਦੇਸ਼ ਜਾਂ ਪਹਾੜੀ ਏਰੀਏ ਦੇ ਵਿੱਚ ਜਾਈਏ ਤਾਂ ਉੱਥੇ ਪੌੜੀਨੁਮਾ ਖੇਤੀ ਹੁੰਦੀ ਹੈ। ਛੋਟੇ ਪੌੜੀਨੁਮਾ ਖੇਤ ਬਣਾਏ ਜਾਂਦੇ ਜਿੱਥੇ ਉਹ ਖੇਤੀ ਕੀਤੀ ਜਾਂਦੀ ਹੈ। ਇਸ ਤਰ੍ਹਾਂ ਖੇਤੀ ਦਾ ਵਿਕਾਸ ਹੌਲੀ ਜਿਹੜਾ ਹੋ ਰਿਹਾ ਹੈ। ਕਰਜ਼ੇ। ਖੇਤੀ ਦੇ ਵਿਕਾਸ ਲਈ ਕਿਸਾਨਾਂ ਨੂੰ ਘੱਟ ਵਿਆਜ ਤੇ ਕਰਜ਼ੇ ਦੇਣ ਦੀ ਵਿਵਸਥਾ ਕੀਤੀ ਗਈ ਤਾਂ ਬਹੁਤ ਸਾਰੇ ਕਿਸਾਨਾਂ ਨੂੰ ਜਿਹੜਾ ਸਰਕਾਰ ਦੁਆਰਾ ਸਹੂਲਤਾਂ ਦਿੱਤੀਆਂ ਗਈਆਂ ਕਿ ਉਹਨਾਂ ਨੂੰ ਖੇਤੀ ਦੇ ਵਿਕਾਸ ਦੇ ਲਈ ਕਿਸਾਨਾਂ ਨੂੰ ਘੱਟ ਵਿਆਜ ਤੇ ਕਰਜ਼ੇ ਦਿੱਤੇ ਜਾਂਦੇ। ਇਸ ਤਰ੍ਹਾਂ ਇਹ ਜਿਹੜੀਆਂ ਖੇਤੀ ਦੇ ਸੁਧਾਰ ਜੋ ਸਰਕਾਰ ਦੁਆਰਾ ਕੀਤੇ ਜਾ ਰਹੇ ਉਸ ਦੇ ਵਿੱਚ ਅਸੀਂ ਪੜ੍ਹੇ ਆ। ਮੇਨ ਪੁਆਇੰਟ ਪਹਿਲਾਂ ਜ਼ਰੂਰ ਯਾਦ ਕਰ ਲੈਣੇ, ਫਿਰ ਪੁਆਇੰਟਸ ਨੂੰ ਥੋੜਾ ਜਿਵੇਂ ਇੱਕ ਦੋ ਲਾਈਨਸ ਨਾਲ ਡਿਫਾਈਨ ਕੀਤੀਆਂ ਹੋਈਆਂ, ਉਹਨਾਂ ਨੂੰ ਇਸੇ ਤਰ੍ਹਾਂ ਅਸੀਂ ਡਿਫਾਈਨ ਕਰਨਾ ਔਰ ਤਾਂ ਕਿ ਜਿਹੜੇ ਸਾਡੇ ਮਾਰਕਸ ਅੱਛੇ ਆ ਜਾਣ। ਭੂਮੀ ਸੁਧਾਰ, ਸਿੰਚਾਈ ਦੀ ਵਿਵਸਥਾ, ਇੱਕ ਵਾਰ ਅਸੀਂ ਫਿਰ ਰਿਪੀਟ ਕਰ ਰਹੇ ਹਾਂ। ਭੂਮੀ ਸੁਧਾਰ, ਸਿੰਚਾਈ ਦੀ ਵਿਵਸਥਾ, ਵੰਡ ਪ੍ਰਣਾਲੀ ਵਿੱਚ ਸੁਧਾਰ, ਖੋਜ ਤੇ ਵਿਕਾਸ, ਖੇਤੀ ਦਾ ਵਿਕਾਸ, ਠੀਕ ਹੈ ਜੀ, ਤੇ ਕਰਜ਼ੇ। ਇਸ ਤਰ੍ਹਾਂ ਅਸੀਂ ਇਹ ਪੁਆਇੰਟ ਪਹਿਲਾਂ ਯਾਦ ਕਰ ਲੈਣੇ, ਫਿਰ ਇਹਨਾਂ ਨੂੰ ਅਸੀਂ ਉਸ ਨੂੰ ਡਿਫਾਈਨ ਕਰਦੇ ਹਾਂ। ਹਰੀ ਕ੍ਰਾਂਤੀ ਦੀ ਸਫਲਤਾ ਲਈ ਮੁੱਖ ਤੱਤ ਕਿਹੜੇ ਤੱਤਾਂ ਬਾਰੇ ਲਿਖੋ। ਹੁਣ ਹਰੀ ਕ੍ਰਾਂਤੀ ਕਿਸ ਤਰ੍ਹਾਂ ਆਈ ਸੀ, ਅਸੀਂ ਜਾਣਦੇ ਕਿ ਹਰੀ ਕ੍ਰਾਂਤੀ ਦਾ ਸੰਬੰਧ ਇੱਕ ਫਸਲ ਦੇ ਨਾਲ ਹੈ, ਫਸਲਾਂ ਦੇ ਨਾਲ ਹੈ, ਠੀਕ ਹੈ। ਤਾਂ ਅਗਰ ਅਸੀਂ ਗੱਲ ਕਰਾਂਗੇ ਹਰੀ ਕ੍ਰਾਂਤੀ ਦੀ ਸਫਲਤਾ ਦੀ ਤਾਂ ਅਸੀਂ ਉੱਥੇ ਫਸਲਾਂ ਦੀ ਸਫਲਤਾ ਯਾਨੀ ਕਿ ਫਸਲਾਂ ਦੇ ਵਿੱਚ ਕਿਸ ਤਰ੍ਹਾਂ ਵਾਧਾ ਹੋਇਆ ਉਸ ਦੀ ਸਫਲਤਾ ਦੀ ਗੱਲ ਕਰਾਂਗੇ। ਤਾਂ ਫਸਲਾਂ ਦੀ ਸਫਲਤਾ ਦੇ ਲਈ ਅਸੀਂ ਜਾਣਦੇ ਕਿ ਕਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ। ਮੁੱਖ ਤੱਤ ਹੈ ਸਭ ਤੋਂ ਪਹਿਲਾਂ ਉਨਤ ਬੀਜ ਦੀ ਵਰਤੋਂ ਹੀ ਹਰੀ ਕ੍ਰਾਂਤੀ ਸੰਭਵ ਹੋ ਸਕੀ, ਜਾਣੀ ਕਿ ਜੇ ਚੰਗੀ ਕਿਸਮ ਦੇ ਬੀਜ ਆਏ ਉਹਨਾਂ ਦੇ ਨਾਲ ਹੀ ਹਰੀ ਕ੍ਰਾਂਤੀ ਸੰਭਵ ਹੋ ਸਕੀ। ਰਸਾਇਣਿਕ ਖਾਦਾਂ ਨੇ ਵੀ ਅਨਾਜ ਦੀ ਪੈਦਾਵਾਰ ਵਿੱਚ ਬਹੁਤ ਵਾਧਾ ਕੀਤਾ। ਕੋਈ ਸਮਾਂ ਸੀ ਕਿ ਜਦੋਂ ਅਸੀਂ ਗੱਲ ਕਰੀਏ 1966 ਸਾਲ ਦੀ ਤਾਂ ਅਨਾਜ ਅਤੇ ਖਾਸ ਕਰਕੇ ਕਣਕ ਅਤੇ ਝੋਨੇ ਦੇ ਜਿਹੜੀ ਪੈਦਾਵਾਰ ਦੇ ਵਿੱਚ ਹੈਰਾਨੀਜਨਕ ਵਾਧਾ ਹੋਇਆ, ਜਿਸ ਨੂੰ ਕਿ ਹਰੀ ਕ੍ਰਾਂਤੀ ਦਾ ਨਾਮ ਦਿੱਤਾ ਗਿਆ। ਤਾਂ ਉਸ ਦੇ ਜੋ ਮਹੱਤਵਪੂਰਨ ਤੱਤ ਸਾਹਮਣੇ ਆਏ ਕਿ ਉਨਤ ਬੀਜਾਂ ਦੀ ਵਰਤੋਂ ਸਭ ਤੋਂ ਪਹਿਲਾਂ, ਫਿਰ ਰਸਾਇਣਿਕ ਖਾਦਾਂ ਨੇ ਵੀ ਅਨਾਜ ਦੀ ਪੈਦਾਵਾਰ ਵਿੱਚ ਬਹੁਤ ਜ਼ਿਆਦਾ ਵਾਧਾ ਕੀਤਾ। ਸਿੰਚਾਈ ਦੇ ਖੇਤਰ ਤੇ ਸਹੂਲਤਾਂ ਵਿੱਚ ਵਾਧਾ ਹੋਣ ਕਰਕੇ ਵੀ ਖੇਤੀ ਕਰਨੀ ਆਸਾਨ ਹੋ ਗਈ, ਠੀਕ ਹੈ ਜੀ। ਟਰੈਕਟਰ, ਟਿਊਬਵੈਲ, ਡੀਜ਼ਲ ਇੰਜਨਾਂ ਆਦਿ ਦੀ ਵਰਤੋਂ ਵਧਣ ਨਾਲ ਖੇਤੀ ਦਾ ਵਿਕਾਸ ਹੋਇਆ। ਕਿਸਾਨਾਂ ਨੂੰ ਘੱਟ ਕਰਜ਼ੇ ਤੇ ਵਿਆਜ ਤੇ ਕਰਜ਼ੇ ਦੇਣ ਦੀ ਵਿਵਸਥਾ ਕਾਰਨ ਹੀ ਕਿਸਾਨਾਂ ਨੇ ਖੇਤੀ ਵਿਕਾਸ ਲਈ ਵੱਧ ਖਰਚਾ ਕਰਨਾ ਸ਼ੁਰੂ ਕਰ ਦਿੱਤਾ, ਜਾਣੀ ਕਿ ਅਗਰ ਕਰਜ਼ਾ ਉਹਨਾਂ ਨੂੰ ਮਿਲਿਆ ਤਾਂ ਉਸਨੇ ਉਹਨਾਂ ਤੇ ਜ਼ਿਆਦਾ ਖਰਚ ਕੀਤਾ ਖੇਤਾਂ ਦੇ ਉੱਪਰ। ਨਵੀਆਂ ਤਕਨੀਕਾਂ ਦੇ ਖੋਜਾਂ ਕਾਰਨ ਖੇਤੀ ਦੀਆਂ ਵਿਧੀਆਂ ਤੇ ਬਹੁਤ ਧਿਆਨ ਦਿੱਤਾ ਗਿਆ, ਜਾਣੀ ਕਿ ਇਸ ਤਰ੍ਹਾਂ ਇਹ ਜਿਹੜੇ ਸਾਰੇ ਪੁਆਇੰਟ ਅਸੀਂ ਪੜ੍ਹੇ ਆ ਸਾਰੇ ਹਰੀ ਕ੍ਰਾਂਤੀ ਦੀ ਸਫਲਤਾ ਲਈ ਮੁੱਖ ਤੱਤ ਜਿਹੜੇ ਜ਼ਿੰਮੇਵਾਰ ਹਨ। ਤਾਂ ਇਸ
ਤਰ੍ਹਾਂ ਇਹ ਵਾਲੇ ਲੈਸਨ ਦੇ ਵਿੱਚ 5 ਜੋ ਕੁਐਸਚਨ ਸੀਗੇ ਅਸੀਂ ਮਹੱਤਵਪੂਰਨ ਕੁਐਸਚਨ ਪੜ੍ਹੇ, ਇਹਨਾਂ ਦੇ ਵਿੱਚੋਂ ਇਹ 5 ਕੁਐਸਚਨ ਜ਼ਰੂਰ ਕਰੋ। 3 ਔਰ 4 ਨੰਬਰ ਦੇ ਕੁਐਸਚਨ ਇਹ 3 ਲੈਸਨ ਹੈ ਸਾਡੇ ਕੋਲੇ ਅਰਥ ਸ਼ਾਸਤਰ ਦੇ, ਅਸੀਂ ਇਹਨਾਂ ਦੇ ਵਿੱਚੋਂ ਹੀ ਕਰਨੇ ਆ ਔਰ ਆਸਾਨੀ ਦੇ ਨਾਲ ਅਸੀਂ ਅੱਛੇ ਤੋਂ ਅੱਛੇ SSC ਤੋਂ ਮਾਰਕਸ ਪ੍ਰਾਪਤ ਕਰ ਸਕਦੇ ਹਾਂ। ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ। ਅੱਗੇ ਤੋਂ ਅੱਗੇ ਆਪਣੇ ਜਿੰਨੇ ਵੀ ਤੁਹਾਡੇ ਦੋਸਤ ਆ PSB ਪੰਜਾਬ ਬੋਰਡ ਸਿੱਖਿਆ ਬੋਰਡ ਦੇ ਨਾਲ ਜੁੜੇ ਹੋਏ ਉਹਨਾਂ ਤੱਕ